when two or more subjects are joined by, as well as, like, unlike, besides, in addition to, with, together with, along with, and not, rather than, not less than, except, nothing but, more men than one, the verb is used according to the first subject. Example: the director as well as the dancers were honored by the public. So, the director as well as the dancers. So ਆਪਾਂ ਇੱਥੇ ਦੇਖਾਂਗੇ ਸਾਡੇ ਕੋਲ plural noun ਹੈ, ਇੱਥੇ ਦੇਖਾਂਗੇ ਆਪਾਂ ਕੋਲ singular noun ਹੈ, as well as term use ਕੀਤੀ ਹੈ. That means ਆਪਾਂ ਇੱਥੇ singular use ਕਰਨਾ ਹੈ verb ਨੂੰ. Words ਕਿਹੜੇ ਹੈ ਇਹ ਥੋੜੇ ਤੁਸੀਂ ਧਿਆਨ ਨਾਲ ਦੇਖਣੇ ਹੈ. As well as, like, unlike, besides, in addition to, with, together with, along with, and, not, rather than, not less than, except, nothing but, more than one. So एक sentence है जिਵੇਂ कि लिखा the price of the vegetables in all the states is या are increasing. किधे किधे accordingly is answer. R answer है. एक चीज ਆਪਾਂ ਇਹ ਧਿਆਨ ਰੱਖਣੀ ਹੈ ਕਿ ਜਿਹੜਾ ਕੋਈ ਵੀ preposition ਹੁੰਦਾ ਹੈ ਨਾ, ਤੁਸੀਂ preposition ਕਹਿ ਸਕਦੇ ਹੋ, preposition ਕਹਿ ਸਕਦੇ ਹੋ. ਇਹ ਤੋਂ ਬਾਅਦ ਜਿਹੜਾ ਵੀ ਨਾਉਨ ਆਉਂਦਾ ਹੈ, preposition ਤੋਂ ਬਾਅਦ ਹਮੇਸ਼ਾ ਨਾਉਨ ਹੁੰਦਾ ਹੈ, ਤੇ ਇਹ ਤੋਂ ਬਾਅਦ ਜਿਹੜਾ ਵੀ ਕੋਈ ਨਾਉਨ ਆਉਂਦਾ ਹੈ ਉਹ ਕਦੀ ਵੀ ਸਬਜੈਕਟ ਨਹੀਂ ਹੁੰਦਾ, ਕਿਸੇ ਦਾ ਵੀ ਕਦੀ ਵੀ ਸਬਜੈਕਟ ਨਹੀਂ ਹੁੰਦਾ, ਉਹ ਹਮੇਸ਼ਾ ਕੀ ਹੁੰਦਾ ਹੈ, ਆਬਜੈਕਟ. ਤੁਸੀਂ ਉਹਨੂੰ ਸਿੰਪਲ ਆਬਜੈਕਟ ਵੀ ਕਹਿ ਸਕਦੇ ਹੋ ਜਾਂ ਫਿਰ ਪ੍ਰੈਪੋਜੀਸ਼ਨਲ ਆਬਜੈਕਟ ਕਹਿ ਸਕਦੇ ਹੋ. ਕਿਹੜਾ ਆਬਜੈਕਟ? ਪ੍ਰੈਪੋਜੀਸ਼ਨਲ ਆਬਜੈਕਟ. ਸੋ ਦ ਪ੍ਰਾਈਸ, ਆਪਾਂ ਇੱਥੇ ਜਿਹੜਾ ਸਬਜੈਕਟ ਦੇਖਾਂਗੇ ਉਹ ਕਿਹੜਾ ਹੋਏਗਾ? ਪ੍ਰਾਈਸ, ਨਾਟ ਦ ਵੈਜੀਟੇਬਲਸ ਜਾਂ ਸਟੇਟਸ. ਕੀ ਇਹ ਕਲੀਅਰ ਹੋ ਰਿਹਾ ਹੈ ਕਿ ਨਹੀਂ? Ram with all his friends are going to the party. Is going to the party. ਇੱਥੇ with all his friends ਵੀ ਹੋ ਸਕਦਾ ਹੈ, along with ਵੀ ਹੋ ਸਕਦਾ ਹੈ. along ਦਾ ਮਤਲਬ ਹੁੰਦਾ ਨਾਲ ਨਾਲ, ਠੀਕ ਹੈ, ਬਟ along with ਦਾ ਮਤਲਬ ਹੁੰਦਾ ਹੈ ਉਹਦੇ ਨਾਲ. together with ਹੋ ਸਕਦਾ ਹੈ, as well as ਹੋ ਸਕਦਾ ਹੈ. ਬਟ ਇੱਥੇ ਆਪਾਂ ਇਹ ਧਿਆਨ ਰੱਖਣਾ ਹੈ ਕਿ ਇਹ ਜਿਹੜੇ ਵਰਡਸ ਹੈ ਇਹ ਪ੍ਰੈਪੋਜੀਸ਼ਨ ਦਾ ਕੰਮ ਕਰ ਰਿਹਾ ਹੈ. ਕੀ ਕਰ ਰਿਹਾ ਹੈ?
ਪ੍ਰੈਪੋਜੀਸ਼ਨ ਦਾ ਕੰਮ ਕਰ ਰਿਹਾ, ਬਟ ਜਿਹੜਾ ਸਾਡਾ ਸਬਜੈਕਟ ਹੈ ਉਹ ਹਮੇਸ਼ਾ ਹੀ ਕੀ ਰਹੇਗਾ? ਰਾਮ। ਤੁਸੀਂ ਵਿਦ ਲਿਖੋ, ਅਲੋਂਗ ਵਿਦ ਲਿਖੋ, ਟੁਗੇਦਰ ਵਿਦ ਲਿਖੋ, ਐਜ਼ ਵੈਲ ਐਜ਼ ਲਿਖੋ, ਜਿਹੜਾ ਸਾਡਾ ਸਬਜੈਕਟ ਹੈ ਉਹ ਸਟਿਲ ਕੀ ਰਹੇਗਾ? ਰਾਮ। ਤੇ ਆਪਾਂ ਉਸ ਤੋਂ ਬਾਅਦ ਪਲੂਰਲ ਲਿਖੀਏ ਜਾਂ ਨਾ ਲਿਖੀਏ, ਕਿਉਂਕਿ ਉਹ ਆਬਜੈਕਟ ਦਾ ਪਾਰਟ ਹੈ, ਉਹ ਸਬਜੈਕਟ ਨਹੀਂ ਹੈ, ਇਸ ਕਰਕੇ ਜਿਹੜਾ ਆਪਾਂ ਵਰਬ ਹੈ ਉਹ ਕਿਹਦੇ ਅਕੋਰਡਿੰਗਲੀ ਡਿਸਾਈਡ ਕਰਨਾ? ਸਬਜੈਕਟ ਦੇ ਅਕੋਰਡਿੰਗ। ਸਟਾਰਟਿੰਗ 'ਚ ਜੋ ਯੂਜ਼ ਕੀਤਾ ਗਿਆ ਫਸਟ ਪਲੇਸ ਤੇ। The mother and not her children, ਸੋ ਆਪਾਂ ਕਿਹਦੀ ਗੱਲ ਕਰ ਰਹੇ? ਮਦਰ ਦੀ ਕਿ ਚਿਲਡਰਨ ਦੀ? ਮਦਰ have been arrested for committing theft, ਸੋ ਆਪਾਂ ਇੱਥੇ ਕੀ ਲਿਖਾਂਗੇ? has. More men than one, more men than one, ਸੌਰੀ ਵਰ ਹੀ ਆਣਾ ਹੈ, ਕਿਉਂ? ਕਿਉਂਕਿ ਆਪਾਂ ਕਿਹਦੀ ਗੱਲ ਕਰ ਰਹੇ ਹਾਂ? more, so this is correct. When we say more than one, ਇੱਥੇ ਆਪਾਂ ਇੱਕ ਵਰਡ ਲਿਖਣਾ ਹੁੰਦਾ ਹੈ, ਉਹ ਹਮੇਸ਼ਾ ਪਲੂਰਲ ਹੋਣਾ ਚਾਹੀਦਾ ਹੈ। ਕੀ ਹੋਣਾ ਚਾਹੀਦਾ ਹੈ? ਲਾਈਕ ਮੋਰ ਬॉयਜ਼ ਦੈਨ ਵਨ। ਮੋਰ ਦੈਨ ਵਨ ਆਪਾਂ ਜੇ ਬॉयਜ਼ ਨਾਲ ਲਿਖੇ ਤਾਂ ਫਿਰ ਉਹ ਇੰਪਲੀਸਿਟ ਹੋ ਜਾਂਦਾ ਹੈ। ਕੀ ਹੋ ਜਾਂਦਾ ਹੈ? ਇੰਪਲੀਸਿਟ। ਇੰਪਲੀਸਿਟ ਵਰਡ ਕੀ ਹੁੰਦਾ ਹੈ? ਜੋ ਸਾਨੂੰ ਸਮਝ ਆਉਂਦਾ ਹੈ, ਐਕਸਪਲਿਸਿਟਲੀ ਕਹਿਣ ਦੀ ਲੋੜ ਨਹੀਂ ਹੈ। ਬਟ ਜੇ ਤੁਸੀਂ ਕਹੋਗੇ ਨਾ ਮੋਰ ਦੈਨ ਵਨ, ਤਾਂ ਕੋਈ ਨਾ ਕੋਈ ਤਾਂ ਚੀਜ਼ ਹੋਏਗੀ ਨਾ। ਮੋਰ ਕੀ? ਮੋਰ ਸਮਥਿੰਗ ਦੈਨ ਵਨ, ਮੋਰ ਬॉयਜ਼ ਦੈਨ ਵਨ, ਮੋਰ ਮੈਨ ਦੈਨ ਵਨ। ਅੱਛਾ ਚਲੋ ਆਪਾਂ ਦੇਖਦੇ ਹਾਂ। ਦੇਖੋ ਆ ਜਿਹੜਾ ਥਰਡ ਸੈਂਟੈਂਸ ਹੈ, ਮੋਰ ਮੈਨ ਦੈਨ ਵਨ ਵਰ ਐਬਸੈਂਟ ਯੈਸਟਰਡੇ, ਇਹਨਾਂ 'ਚ ਸਬਜੈਕਟ ਹੈ ਕੋਈ? ਨਹੀਂ। ਆਪਾਂ ਕਹੀਏ ਮੋਰ, ਮੋਰ ਤਾਂ ਐਡਜੈਕਟਿਵ ਹੁੰਦਾ, ਇਹ ਤਾਂ ਪਤਾ ਹੈ। ਤੇ ਐਡਜੈਕਟਿਵ ਕਿਹਦੇ ਨਾਲ ਆਉਂਦਾ? ਕਿਤੇ ਵੀ ਆ ਜਾਂਦਾ? ਨਹੀਂ, ਨਾਉਨ ਦੇ ਨਾਲ ਹੀ ਆਉਂਦਾ ਹੈ ਨਾ। ਯੈਸ ਔਰ ਨੋ? ਠੀਕ ਹੈ। ਸੋ ਜੇ ਮੈਂ ਕਹਾਂ ਮੋਰ ਮੈਨ ਦੈਨ ਵਨ ਵਰ ਐਬਸੈਂਟ ਯੈਸਟਰਡੇ, ਇਹਨਾਂ ਸਾਰਿਆਂ 'ਚ ਕੋਈ ਨਾਉਨ ਹੈ ਸਟਾਰਟਿੰਗ 'ਚ ਯੂਜ਼ ਕੀਤਾ? ਬਿਲਕੁਲ, ਉਹ ਕਿਹੜਾ ਹੈ? ਮੈਨ। ਮੋਰ ਮੈਨ ਵਰ ਐਬਸੈਂਟ, ਠੀਕ ਹੈ। ਮੋਰ ਮੈਨ ਦੈਨ ਵਨ ਤਾਂ ਵੀ ਠੀਕ ਹੈ। ਦੈਨ ਕੀ ਹੈ? ਚੈੱਕ ਕਰੋ, ਜੇ ਤੁਹਾਨੂੰ ਤੁਸੀਂ ਚੈੱਕ ਕਰਨਾ ਤਾਂ ਤੁਹਾਨੂੰ ਪਤਾ ਲੱਗੇਗਾ ਦੈਨ ਕੀ ਹੈ? ਪ੍ਰੈਪੋਜੀਸ਼ਨ। ਠੀਕ ਹੈ। ਨਥਿੰਗ ਬਟ ਟਰੁਥ ਇਜ਼ ਇਮੋਰਟਲ। My mother, no less than my father, is strict. ਦੇਖੋ ਜਿਹੜਾ ਵਰਡ ਹੁੰਦਾ ਨਾ ਬਟ, ਇਹਨੂੰ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਐਕਸੈਪਸ਼ਨ। ਇਹ ਥੋੜਾ ਧਿਆਨ ਦੇਣਾ। ਯੂਜ਼ ਕਰਦੇ ਹਾਂ ਐਕਸੈਪਸ਼ਨ। ਇਹਨੂੰ ਤੁਸੀਂ ਕਿੱਦਾਂ ਸਮਝਣਾ ਹੈ? ਮੈਂ ਇੱਕ ਸੈਂਟੈਂਸ ਲਿਖਿਆ ਸੀ ਪਹਿਲਾਂ, ਉਦੋਂ ਵੀ ਮੈਂ ਤੁਹਾਨੂੰ ਦੱਸਿਆ ਸੀ। ਇਫ ਆਈ ਸੇ ਐਡਜੈਕਟਿਵ defines nothing but noun, ठीक है। इस तरह सेंटेंस है, एडजेक्टिव डिफाइंस नथिंग बट नाउन। ਇਹਦਾ ਕੀ ਮਤਲਬ ਹੈ? ਤੁਸੀਂ ਇਹਨੂੰ ਇਦਾਂ ਵੀ ਕਹਿ ਸਕਦੇ ਹੋ, ਐਡਜੈਕਟਿਵ ਨਾਉਨ ਨੂੰ ਡਿਫਾਈਨ ਕਰਦਾ ਹੈ ਸਿਰਫ, ਸੋ ਸਿਰਫ ਨਾਉਨ ਨੂੰ ਡਿਫਾਈਨ ਕਰਦਾ। ਦੂਸਰਾ ਆਪਸ਼ਨ ਤੁਸੀਂ ਇਦਾਂ ਕਹਿ ਸਕਦੇ ਹੋ, ਐਡਜੈਕਟਿਵ ਕਿਸੇ ਨੂੰ ਨਹੀਂ ਦੱਸਦਾ, ਨਾਉਨ ਨੂੰ ਛੱਡ ਕੇ। ਛੱਡ ਕੇ ਮਤਲਬ ਬਟ ਨਥਿੰਗ ਦੇ ਵਿੱਚ ਕੀ ਐਡ ਕਰ ਦਿੰਦਾ? ਐਕਸੈਪਸ਼ਨ। ਜਿਹੜਾ ਬਟ ਹੈ ਉਹ ਨਥਿੰਗ ਦੇ ਵਿੱਚ ਕੀ ਐਡ ਕਰ ਦਿੰਦਾ? ਐਕਸੈਪਸ਼ਨ। ਐਕਸੈਪਸ਼ਨ ਕਿਹੜੀ ਰਹਿ ਗਈ ਫਿਰ? ਜੋ ਨੈਕਸਟ ਲਿਖਾਂਗੇ ਆਪਾਂ, ਉਹ ਕੀ ਹੈ? ਨਾਉਨ। ਸੋ ਇਹਨੂੰ ਆਪਾਂ ਦੋ ਤਰ੍ਹਾਂ ਕਹਿ ਸਕਦੇ ਹਾਂ ਕਿ ਐਡਜੈਕਟਿਵ ਸਿਰਫ ਨਾਉਨ ਨੂੰ ਡਿਸਕ੍ਰਾਈਬ ਕਰਦਾ, ਡਿਫਾਈਨ ਕਰਦਾ, ਜਾਂ ਫਿਰ ਐਡਜੈਕਟਿਵ ਕਿਸੇ ਨੂੰ ਡਿਫਾਈਨ ਨਹੀਂ ਕਰਦਾ, ਨਾਉਨ ਨੂੰ ਛੱਡ ਕੇ। ਸਭ ਤੋਂ ਪਹਿਲਾਂ ਤੁਸੀਂ ਇਹ ਵੀ ਯਾਦ ਰੱਖਣਾ ਹੈ, ਜਿਹੜਾ ਵਰਡ ਹੁੰਦਾ ਨਥਿੰਗ, ਐਨੀਥਿੰਗ, ਸਮ, ਨਥਿੰਗ, ਐਨੀਥਿੰਗ, ਈਚ, ਐਵਰੀ, ਜੇ ਆਪਾਂ ਯੂਜ਼ ਕਰੀਏ, ਇਹ ਸਿੰਗੂਲਰ ਹੁੰਦੇ। ਜੇ ਮੈਂ ਕਹਾਂ ਨਥਿੰਗ ਆਰ ਇੰਪੋਰਟੈਂਟ ਹੁੰਦਾ ਕਿ ਨਥਿੰਗ ਇਜ਼ ਇੰਪੋਰਟੈਂਟ ਹੁੰਦਾ?
सो तुसी नथिंग ना इज लगाया कि आर। हुण तुसी कहोगे इत्थे जिहड़ा वर्ड यूज किया है बट, एक कंजंक्शन नहीं, बिल्कुल एक कंजंक्शन नहीं है, एक प्रपोजिशन है। बट जे तुसी बट नू चेक करोगे उस तरह वो तुहानू शो करेगा एज अ कंजंक्शन। एग्जाम्पल, जे मैं कहा राम इज रिच बट ही इज माइजर, राम इज इंटेलिजेंट बट श्याम इज नॉट। इत्थे जिहड़ा वर्ड यूज कर रहा है ना मैं बट, वो काहदा काम कर रहा है? कंजंक्शन। की समझ पा रहे हो? कंजंक्शन की करता है? दो सेंटेंसेस नू जोड़ रहे थे, केड़ा? बट। आ समझ पा रहे हो कि नहीं? किन्ने सेंटेंसेस नू जोड़े? दो। ते जदों बट दो सेंटेंसेस नू जोड़े एक कंजंक्शन दा काम करदा है। ठीक है, हुण एक चीज है तुसी याद रखनी है कि ये पॉसिबल है बट तो बाद सिर्फ इको ही नाउन ही होवे, होर कोई वर्ड होए ही ना। I will, if I say I will invite everyone in my party but you, समझ आया? I will invite everyone except you नहीं कहूंगा मैं की कहूंगा? But you। मतलब मैं हर किसी ਨੂੰ ਇਨਵਾਈਟ ਕਰੂੰਗਾ ਤੈਨੂੰ ਛੱਡ ਕੇ। ਉੱਥੇ ਜਿਹੜਾ ਬਟ ਯੂਜ਼ ਹੋਇਆ ਹੈ, बट तो बाद मैं नाउन लिखे यू, प्रोनाउन है इत्थे बट राम, लेट्स सपोज आई विल इनवाइट एवरीवन बट राम। इत्थे काहदा काम करदा है? सॉरी, प्रेपोजिशन दा। देखो हुण मैं कहां नथिंग इज इमॉर्टल, इमॉर्टल मॉर्टल होंदा है अमर, ठीक है, इमॉर्टल मीन्स नाशवान। सो नथिंग इज इमॉर्टल बट ट्रुथ, सो बट ट्रुथ ए एक्स्ट्रा है, ठीक है। कुछ भी इमॉर्टल नहीं है ट्रुथ नू छड़ के, मतलब फिर ट्रुथ की हो गया मॉर्टल। ये समझ पा रहे हो कि नहीं? अच्छा, माई मदर नो लेस देन माई फादर इज स्ट्रिक्ट, इतने किहदी गल कर रहे हैं आप? मदर। आ क्लियर हुए पोर्शन? नेक्स्ट देखते हैं आप। सो आ इंपॉर्टेंट है, when two or more subjects are connected by not only but also neither nor either or none but the verb is according to the nearest subject। आ जिहड़े वर्ड्स है ना, ये preposition नहीं है, एक ही है conjunctions। ये ध्यान रखना है। सो ये जिहड़े वर्ड्स है ये preposition नहीं है, एक ही है conjunctions है। सो आप ध्यान रखेंगे नॉट ओनली बट ऑल्सो इनू इकट्ठा यूज किया जाता है, नाइदर नॉर, आइदर और ते एक पोर्शन तुसी और याद रखना की है नन बट। इस केस जो वर्ब है वो किहदे अकॉर्डिंगली होना चाहिए? नियरेस्ट सब्जेक्ट। देखो आप लिखे नाइदर द स्टूडेंट्स नॉर देयर गाइड वर फाउंड प्रेजेंट इन द कॉमन रूम। सो देखो इत्थे आपां को नाइदर नॉर वाला ऑप्शन है, तो नाइदर दे नाल या नीदर दे नाल तुसी सब्जेक्ट देखोगे की है स्टूडेंट्स, बट नॉर दे नाल की है देयर गाइड। ते आप देखिए गाइड ये सिंगुलर है, ते आप इत्थे वर्ब वर ना लगा के की यूज करांगे बस। नन बट,
द ਲੀਡਰਸ ਆਫ ਆਵਰ ਕੰਟਰੀ, ਸੋ ਆਪਾਂ ਨਨ ਬਟ ਤੋਂ ਬਾਅਦ ਦੇਖੋ ਕੀ ਹੈ, ਦ ਲੀਡਰਸ ਆਫ ਆਵਰ ਕੰਟਰੀ ਇਜ਼ ਨਾ ਲਗਾ ਕੇ ਆਪਾਂ ਇੱਥੇ ਕੀ ਲਗਾਵਾਂਗੇ, ਆਰ ਰਿਸਪੌਂਸਿਬਲ ਫॉर ਦਿਸ ਸਟੇਟ ਆਫ ਅਫੇਅਰਸ। वन और टू बुक्स आर नीडेड, ध्यान रखना और दे केस च भी आप देखांगे नियरेस्ट की है, I or he is to be rewarded, am I or he is to be rewarded। जो इंटरोगेटिव सेंटेंस होएगा सानू पता है कि सानू वर्ब पहला रखनी पैंदी है, सुनो आप इस तरह लिखांगे। क्या क्लियर होया? जे आप इस नू पिछे रखिए तो आप की रखांगे, ही पिछे है तो आप इज रखांगे, जे आप अगे लिखना है तो की रखांगे, एम, क्योंकि नियरेस्ट की है ही के आई आई। आप कीते हुए वैसे पहला आ जो पोर्शन है नीदर, ईदर, नन, एनीवन, ईच, एवरी, ये प्रोनाउंस है। तुसी याद रखना नीदर, ईदर ये प्रोनाउंस है, बट नाइदर नॉर, आइदर और या नीदर नॉर ईदर और एक कंजंक्शन है। की समझ पा रहे हो? हाँ, इत्थे यूज हो रहे हैं प्रोनाउंस वांगू, उत्थे यूज हो रहे सी कंजंक्शन वांगू। ठीक है, इत्थे आप चेक करते हैं नाइदर, ध्यान रखना है जो हूँ इससे वर्ड आएगा नाइदर, आइदर, ईच, एवरी या इस तरह, ਉਹਦੇ ਨਾਲ ਕੀ ਲਿਖਿਆ ਹੋਏਗਾ, ऑफ द। ਤੇ ਉਸ ਤੋਂ ਬਾਅਦ ਜੇ ਕੋਈ ਨਾउन ਆਂਦਾ ਹੈ ਤਾਂ ਨਾउन ਹਮੇਸ਼ਾ ਕੀ ਹੋਣਾ ਚਾਹੀਦਾ ਹੈ, प्लूरल। क्या समझ पा रहे हो कि नहीं? देखो जेड़ा वर्ड है नीदर, ਇਹਦੀ ਤਿੰਨ ਤਰ੍ਹਾਂ ਦੀ ਵਰਤੋਂ ਦੇਖੋ, ਕਿੰਨੇ ਤਰ੍ਹਾਂ ਦੀ, ਤਿੰਨ। ਪਹਿਲਾ ਹੋ ਗਿਆ प्रोनाउन जो कि आप देखा सी स्टार्टिंग, चेक करियो प्रोनाउन वाले सेक्शन। दूसरा हो गया एडजेक्टिव, तीसरा हो गया कंजंक्शन। हालांकि किते आप तीनों ही हैं, बट इस आप प्रोनाउन ते एडजेक्टिव एक्सप्लिसिटली किया है। ये डिस्ट्रीब्यूटिव प्रोनाउन होंदा है या फिर डिस्ट्रीब्यूटिव एडजेक्टिव होंदा है। ईच, एवरी भी इहदी कैटेगरी च आंदा है। किहड़ा प्रोनाउन, ਕਿਹੜਾ ਪ੍ਰੋਨਾउन, डिस्ट्रीब्यूटिव, ਤੇ ਕਿਹੜਾ एडजेक्टिव। ਇਹਨੂੰ ਆਪਾਂ ਜੇ ਚੈੱਕ ਕਰੀਏ, ਇਹਨੂੰ ਮੈਂ ਕਿਸ ਤਰ੍ਹਾਂ ਕਹਿ ਰਿਹਾ, ਜਿਵੇਂ ਇੱਦਾਂ ਲਿਖਿਆ ਨੀਦਰ ਆਫ ਦ ਬॉय, ਟੂ ਬॉयਜ਼ ਹੈਵ ਡਨ ਇਟ, ਇੱਥੇ ਆਪਾਂ ਕੀ ਲਿਖਾਂਗੇ, ਹੈਜ਼, ਕਿਉਂਕਿ ਜਦੋਂ ਆਪਾਂ ਨੀਦਰ ਨੂੰ ਯੂਜ਼ ਕਰੀਏ ਐਜ਼ ਅ ਪ੍ਰੋਨਾउन ਤਾਂ ਵਰਬ ਤੇ ਪ੍ਰੋਨਾउन ਦੋਨੋਂ ਉਹ ਕੀ ਹੋਣੇ ਚਾਹੀਦੇ, ਸਿੰਗੂਲਰ। नीदर ਨੂੰ ਆਪਾਂ यूज करिए एज एन एडजेक्टिव ਤਾਂ ਵੀ वर्ब एज वेल एज प्रोनाउन ਇਹ ਦੋਨੋਂ ਕੀ ਹੋਣੇ ਚਾਹੀਦੇ ਹੈ, ਸਿੰਗੂਲਰ। ਬਟ ਜੇ ਆਪਾਂ नीदर नॉर ਨੂੰ यूज करिए एज अ कंजंक्शन, फिर वर्ब या प्रोनाउन ਕਿਹਦੇ ਅਕੋਰਡਿੰਗਲੀ ਹੋਣੇ ਚਾਹੀਦੇ ਹੈ, नियरेस्ट सब्जेक्ट। नियरेस्ट क्यों कहना है, बिकॉज दो ऑप्शन है तो दोनों चो देखांगे आप नियरेस्ट किहड़ा। एक एग्जाम्पल लेने दी, जिवें मैं इदां लिखा नीदर ऑफ द टू बॉयज हैज डन इट। इत्थे नीदर जो वर्ड है फर्स्ट ऑफ ऑल, क्योंकि इन्हां आपां सिंगुलर प्रोनाउन ते सिंगुलर वर्ब लिखनी है, इत्थे वर्ब की गल हो रही है, सो आपां वर्ब ते फोकस कर रहे हैं। जे मैं इत्थे लिखदा देयर वर्क, नीदर ऑफ द टू बॉयज हैव डन देयर वर्क, सो तुसीं इत्थे दोनों कट के इत्थे हैज लिखोगे ते इत्थे की लिखोगे, हिज। अच्छा, जे मैं ऑफ द कटदा तो मैं इदां भी लिख सकदा नीदर बॉय, स्टिल मैं की लिखूंगा, हैज डन इट या फिर हिज वर्क। इत्थे यूज होया नीदर, जे ऑफ द लिखिया होया है
तो एज अ प्रोनाउन स्टिल वर्ब ते प्रोनाउन सिंगुलर आने, इत्थे नीदर यूज होया एज एन एडजेक्टिव, स्टिल वर्ब ते प्रोनाउन सिंगुलर आने। बट जिहड़ा पिछे सीगा सेंटेंस, नीदर द स्टूडेंट्स नॉर देयर गाइड, ये ना ही एडजेक्टिव है ना ही प्रोनाउन है, एक ही है कंजंक्शन। कुछ समझ आ रहा है कि नहीं? पूछना है किसी ने कुछ? नहीं? सो इस केस ਦੇ ਵਿੱਚ ਆਪਾਂ ਇਹਨੂੰ ਕੰਜੰਕਸ਼ਨ ਵਾਂਗੂ ਨਹੀਂ ਯੂਜ਼ ਕਰ ਰਹੇ, ਇਹਨੂੰ ਕਿਸ ਤਰ੍ਹਾਂ ਯੂਜ਼ ਕਰਦੇ ਆ? ਐਜ਼ ਅ ਪ੍ਰੋਨਾउन। उस केस च हमेशा इत्थे की आना है हैज, ईच ऑफ द स्टूडेंट्स इज, आइदर ऑफ अस हैज डन, ठीक है, हिज होमवर्क, हिज वर्क, एवरी बॉय एंड एवरी गर्ल हैज बीन इनवाइटेड, ठीक है। क्या क्लियर हो गया? When none is used with countable nouns, both singular and plural verbs are correct. हाँ, ये ध्यान रखना है। But with uncountable nouns, singular verb is correct. ਜਿਹੜਾ none है, ਜੇ ਤਾਂ ਆਪਾਂ ਉਹਨੂੰ यूज करिए countable nouns ਦੇ ਨਾਲ, फिर आप सिंगुलर लिखिए भावें प्लूरल लिखिए, दोनों ही जस्टिफाई करते हैं। बट जे आप यूज करिए अनकाउंटेबल दे नाल, फिर उत्थे सिर्फ ते सिर्फ की आएगा? सिंगुलर। जिवें नन ऑफ द बॉयज हैज भी हो सकता है, हैव भी हो सकता है, डन होमवर्क, नन ऑफ द वर्क इज कंप्लीटेड। वर्क हमेशा याद रखना है काउंटेबल नहीं हुंदा, ये की हुंदा है? अनकाउंटेबल। मैनू दसो कि क्लियर हो रहा है? नेक्स्ट पोर्शन की आ जाता है। नेक्स्ट पोर्शन है when each is used after subject, the verb is plural। ਜਦੋਂ each ਆਪਾਂ ਸੈਂਟੈਂਸ each ਦੇ ਨਾਲ ਸੈਂਟੈਂਸ ਲਿਖਦੇ ਆ, ਆਪਾਂ ਦੇਖਿਆ ਹਮੇਸ਼ਾ ਆਪਾਂ ਜਿਹੜੀ verb ਲਿਖਦੇ ਆ ਜਾਂ pronoun ਲਿਖਦੇ ਆ, ਹਮੇਸ਼ਾ ਕੀ ਹੁੰਦਾ ਹੈ? singular। बट जे आप each ਨੂੰ यूज करिए आफ्टर सब्जेक्ट, then verb की होगी plural। लाइक एग्जाम्पल, we each, फिर आप आगे लिखांगे have taken our bags, they each are honest। बट याद रखना जे each वर्ड पहला आना है तो उस तो बाद जे नाउन आंदा है तो कभी प्लूरल नहीं हो सकता, हमेशा की हुंदा है? सिंगुलर। ते वर्ब भी की होएगी सिंगुलर, ते प्रोनाउन भी की होएगा सिंगुलर। ईच तो बाद ऑफ द वर्ड आंदा है, तो फिर इत्थे जे कोई नाउन आंदा है तो ये हमेशा की होएगा? प्लूरल। वर्ब की होएगी सिंगुलर, प्रोनाउन भी की होएगा सिंगुलर, ये अकॉर्डिंगली। बट जे ईच नाउन तो या प्रोनाउन तो बाद आंदा है, मोस्ट लाइक प्रोनाउन तो बाद आंदा है, सब्जेक्ट तो बाद आंदा है, दैन आप वर्ब नू की यूज करांगे? प्लूरल। ते प्रोनाउन भी की होएगा प्लूरल।